ਅੱਜ ਮੇਰਾ ਵਿਆਹ ਸੀ ਤੇ ਮੇਰੀ ਘਰਵਾਲੀ ਸੁਹਾਗ ਦੇ ਮੰਜੇ ਤੇ ਬੈਠੀ ਮੇਰੀ ਉਡੀਕ ਕਰ ਰਹੀ ਸੀ। ਮੈਂ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਦਾਖਲ ਹੋਇਆ, ਜਿੱਥੇ ਮੇਰੀ ਨਵੀਂ ਘਰਵਾਲੀ ਕਮਲਦੀਪ ਬੈਠੀ ਸੀ। ਕਮਲਦੀਪ ਬਹੁਤ ਸੋਹਣੀ ਸੀ। ਉਸ ਦੀ ਖੂਬਸੂਰਤੀ ਦੇਖ ਕੇ ਮੈਂ ਵੀ ਹੈਰਾਨ ਰਹਿ ਗਿਆ ਤੇ ਜਾ ਕੇ ਮੈਂ ਉਸ ਦੇ ਸਾਹਮਣੇ ਬੈਠ ਗਿਆ। ਕਿੰਨੀ ਦੇਰ ਤੱਕ ਮੈਂ ਉਸ ਦੀ ਖੂਬਸੂਰਤੀ ਨੂੰ ਦੇਖਦਾ ਰਿਹਾ ਤੇ ਮਨ ਹੀ ਮਨ ਖੁਸ਼ ਹੁੰਦਾ ਰਿਹਾ। ਮੈਨੂੰ ਕਿੰਨੀ ਘੱਟ ਉਮਰ ਦੀ ਕੁੜੀ ਅਤੇ ਸੁੰਦਰ ਘਰਵਾਲੀ ਮਿਲੀ ਹੈ। ਉਹ ਬਹੁਤ ਮਾਸੂਮ ਲੱਗ ਰਹੀ ਸੀ। ਇਸ ਤੋਂ ਪਹਿਲਾਂ ਮੈਂ ਕਮਲਦੀਪ ਨੂੰ ਸਿਰਫ ਤਸਵੀਰਾਂ 'ਚ ਹੀ ਦੇਖਿਆ ਸੀ, ਹੋਰ ਵੀ ਖੂਬਸੂਰਤ ਸੀ। ਮੈਂ ਮਹਿਸੂਸ ਕੀਤਾ ਕਿ ਉਸਦੇ ਹੱਥ ਪੈਰ ਕੰਬ ਰਹੇ ਸਨ। ਉਹ ਬਹੁਤ ਡਰੀ ਹੋਈ ਸੀ। ਮੈਂ ਆਪਣੇ ਦੋਸਤਾਂ ਤੋਂ ਇਹ ਗੱਲਾਂ ਸੁਣਦਾ ਆਇਆ ਹਾਂ ਕਿ ਘੱਟ ਉਮਰ ਦੀ ਘਰਵਾਲੀ ਦਾ ਹੋਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਤਾਂ ਉਹ ਡਰ ਕਾਰਨ ਬਹੁਤ ਘੱਟ ਬੋਲਦੀ ਹੈ। ਉਹ ਬਹੁਤੀ ਦੁਨੀਆਦਾਰੀ ਨਹੀਂ ਸਮਝਦੀ। ਉਸ ਨੂੰ ਅਸੀਂ ਆਪਣੇ ਹਿਸਾਬ ਨਾਲ ਢਾਲ ਸਕਦੇ ਹਾਂ। ਉਹ ਆਪਣੇ ਪਤੀ ਦੀ ਹਰ ਗੱਲ ਮੰਨਦੀ ਹੈ। ਉਸ ਦੇ ਮੁਕਾਬਲੇ ਇੱਕ ਵੱਡੀ ਘਰਵਾਲੀ ਦਾ ਹੋਣਾ ਬਹੁਤ ਨੁਕਸਾਨ ਦਿੰਦਾ ਹੈ। ਇੱਕ ਵੱਡੀ ਘਰਵਾਲੀ ਦੇ ਬਹੁਤ ਸਾਰੇ ਨੁਕਸਾਨ ਹਨ, ਜਿਵੇਂ ਕਿ ਉਹ ਸਮਝਦਾਰ ਹੁੰਦੀ ਹੈ, ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡੀਆਂ ਬਣਾ ਲੈਂਦੀ ਹੈ, ਘਰ ਵਿੱਚ ਲੜਾਈ ਝਗੜੇ ਕਰਦੀ ਹੈ ਅਤੇ ਪੂਰੇ ਘਰ ਉੱਤੇ ਆਪਣਾ ਅਧਿਕਾਰ ਕਾਇਮ ਕਰਨਾ ਚਾਹੁੰਦੀ ਹੈ। ਆਪਣੇ ਦੋਸਤਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਫੈਸਲਾ ਕਰ ਲਿਆ ਸੀ ਮੈਂ ਵੀ ਕਿਸੇ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਾਂਗਾ। ਇਸੇ ਲਈ ਮੈਂ ਆਪਣੇ ਘਰ ਆਪਣੀ ਮਾਂ ਨੂੰ ਕਿਹਾ ਸੀ ਕਿ ਮੈਂ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਾਂਗਾ। ਤੁਸੀਂ ਮੇਰੇ ਲਈ ਕੋਈ ਛੋਟੀ ਉਮਰ ਦੀ ਕੁੜੀ ਲੱਭ ਕੇ ਲਓ। ਮੇਰੀ ਗੱਲ ਸੁਣ ਕੇ ਮਾਂ ਮੇਰੇ ਮੂੰਹ ਵੱਲ ਦੇਖ ਕੇ ਕਹਿਣ ਲੱਗੀ, ਤੂੰ ਕਿੰਨੀ ਬੇਸ਼ਰਮੀ ਨਾਲ ਗੱਲ ਕਰ ਰਿਹਾ। ਛੋਟੀ ਉਮਰ ਦੀ ਕੁੜੀ ਮੈਨੂੰ ਸੰਭਾਲ ਸਕੇਗੀ ਜਾਂ ਨਹੀਂ? ਜੇ ਤੂੰ ਆਪਣੀ ਉਮਰ ਦੇ ਹਿਸਾਬ ਨਾਲ ਕੁੜੀ ਲਿਆਏਂਗਾ ਤਾਂ ਉਹ ਤੇਰੇ ਵਾਂਗ ਆਪਣਾ ਘਰ ਵੀ ਸੰਭਾਲ ਲਵੇਗੀ। ਪਰ ਮੈਂ ਆਪਣੀ ਮਾਂ ਦੀ ਗੱਲ ਨਹੀਂ ਸੁਣੀ। ਜੇ ਮੈਂ ਵਿਆਹ ਕਰਨਾ ਹੈ ਤਾਂ ਮੈਂ ਕਿਸੇ ਘੱਟ ਉਮਰ ਦੀ ਕੁੜੀ ਨਾਲ ਕਰਨਾ ਹੈ, ਨਹੀਂ ਤਾਂ ਮੈਂ ਵਿਆਹ ਨਹੀਂ ਕਰਾਂਗਾ। ਮੇਰੀ ਆਪਣੀ ਉਮਰ 36 ਸਾਲ ਦੀ ਸੀ ਅਤੇ ਮੈਂ ਘਰਵਾਲੀ ਚਾਹੁੰਦਾ ਸੀ, ਉਹ ਵੀ ਛੋਟੀ ਉਮਰ ਦੀ। ਮੈਂ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮੇਰੀ ਮਾਂ ਨੂੰ ਮੇਰਾ ਕਹਿਣਾ ਮੰਨਣਾ ਪਿਆ ਅਤੇ ਉਸਨੇ ਮੇਰੇ ਲਈ ਇੱਕ ਛੋਟੀ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਮੈਨੂੰ ਇੱਕ ਲੜਕੀ ਮਿਲ ਗਈ, ਜੋ ਕਿ ਮੈਨੂੰ ਵੀ ਪਸੰਦ ਸੀ, ਮੇਰੀ ਮਾਂ ਨੂੰ ਵੀ ਪਸੰਦ ਸੀ। ਉਹ 18 ਸਾਲ ਦੀ ਸੀ। ਉਸਦਾ ਨਾਮ ਕਮਲਦੀਪ ਸੀ ਅਤੇ ਫਿਰ ਉਸਨੇ ਵੀ ਮੈਨੂੰ ਪਸੰਦ ਕਰ ਲਿਆ। ਅੱਜ ਮੇਰਾ ਵਿਆਹ ਸੀ ਤੇ ਮੇਰੀ ਘਰਵਾਲੀ ਸੁਹਾਗ ਦੇ ਮੰਜੇ ਤੇ ਬੈਠੀ ਮੇਰੀ ਉਡੀਕ ਕਰ ਰਹੀ ਸੀ। ਮੈਂ ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਦਾਖਲ ਹੋਇਆ, ਜਿੱਥੇ ਮੇਰੀ ਨਵੀਂ ਘਰਵਾਲੀ ਕਮਲਦੀਪ ਬੈਠੀ ਸੀ। ਕਮਲਦੀਪ ਬਹੁਤ ਸੋਹਣੀ ਸੀ। ਉਸ ਦੀ ਖੂਬਸੂਰਤੀ ਦੇਖ ਕੇ ਮੈਂ ਵੀ ਹੈਰਾਨ ਰਹਿ ਗਿਆ ਤੇ ਜਾ ਕੇ ਮੈਂ ਉਸ ਦੇ ਸਾਹਮਣੇ ਬੈਠ ਗਿਆ। ਕਿੰਨੀ ਦੇਰ ਤੱਕ ਮੈਂ ਉਸ ਦੀ ਖੂਬਸੂਰਤੀ ਨੂੰ ਦੇਖਦਾ ਰਿਹਾ ਤੇ ਮਨ ਹੀ ਮਨ ਖੁਸ਼ ਹੁੰਦਾ ਰਿਹਾ। ਮੈਨੂੰ ਕਿੰਨੀ ਘੱਟ ਉਮਰ ਦੀ ਕੁੜੀ ਅਤੇ ਸੁੰਦਰ ਘਰਵਾਲੀ ਮਿਲੀ ਹੈ। ਉਹ ਬਹੁਤ ਮਾਸੂਮ ਲੱਗ ਰਹੀ ਸੀ। ਇਸ ਤੋਂ ਪਹਿਲਾਂ ਮੈਂ ਕਮਲਦੀਪ ਨੂੰ ਸਿਰਫ ਤਸਵੀਰਾਂ 'ਚ ਹੀ ਦੇਖਿਆ ਸੀ, ਹੋਰ ਵੀ ਖੂਬਸੂਰਤ ਸੀ। ਮੈਂ ਮਹਿਸੂਸ ਕੀਤਾ ਕਿ ਉਸਦੇ ਹੱਥ ਪੈਰ ਕੰਬ ਰਹੇ ਸਨ। ਉਹ ਬਹੁਤ ਡਰੀ ਹੋਈ ਸੀ। ਸ਼ਾਇਦ ਮੈਂ ਵੀ ਉਸਨੂੰ ਡਰਿਆ ਦੇਖ ਕੇ ਖੁਸ਼ ਹੋ ਗਿਆ ਸੀ। ਮੇਰੀਆਂ ਅੱਖਾਂ ਉੱਤੇ ਮੇਰੇ ਦੋਸਤਾਂ ਦੀਆਂ ਪੜ੍ਹਾਈਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਸਨੇ ਮੈਨੂੰ ਕਿਹਾ ਕਿ ਆਪਣੀ ਘਰਵਾਲੀ ਦੀ ਬਹੁਤ ਜ਼ਿਆਦਾ ਤਾਰੀਫ ਨਾ ਕਰੀਂ। ਪਹਿਲੀ ਰਾਤ ਵਿੱਚ ਉਸਨੂੰ ਇੰਨਾ ਡਰਾ ਦੇਣਾ ਕਿ ਬਾਅਦ ਵਿੱਚ ਉਹ ਤੇਰੇ 'ਤੇ ਹਾਵੀ ਨਾ ਹੋ ਸਕੇ। ਮੈਂ ਸਾਰੀਆਂ ਗੱਲਾਂ ਦਾ ਪਾਲਣ ਕਰ ਰਿਹਾ ਸੀ, ਇਸ ਲਈ ਮੈਂ ਕਮਲਦੀਪ ਨੂੰ ਡਰਦੀ ਦੇਖ ਕੇ ਬਹੁਤ ਖੁਸ਼ ਹੋਇਆ ਕਿ ਚਲੋ ਡਰ ਗਈ। ਘਰ ਆਉਣ ਤੋਂ ਪਹਿਲਾਂ ਹੀ ਕਮਲਦੀਪ ਡਰ ਗਈ। ਇਸ ਡਰੀ ਹੋਈ ਕੁੜੀ ਨੂੰ ਥੋੜ੍ਹਾ ਹੋਰ ਡਰਾਉਣਾ ਚਾਹੀਦਾ ਹੈ। ਜਦੋਂ ਇਹ ਵਿਚਾਰ ਮੇਰੇ ਦਿਮਾਗ ਵਿੱਚ ਆਇਆ, ਮੈਂ ਆਪਣੇ ਫ਼ੋਨ ਤੋਂ 30 ਸੈਕਿੰਡ ਲਈ ਟਾਈਮਰ ਸੈੱਟ ਕੀਤਾ। 30 ਸੈਕਿੰਡ ਬਾਅਦ ਮੇਰੇ ਫ਼ੋਨ 'ਤੇ ਰਿੰਗਟੋਨ ਵੱਜੀ। ਮੈਂ ਫ਼ੋਨ ਲੈ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਅਤੇ ਫ਼ੋਨ 'ਤੇ ਕਿਸੇ ਨਾਲ ਬਹੁਤ ਗੁੱਸੇ ਵਿੱਚ ਗੱਲ ਕਰਨ ਲੱਗਾ। ਮੈਂ ਗੁੱਸੇ ਨਾਲ ਫ਼ੋਨ 'ਤੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਅੱਜ ਮੇਰਾ ਵਿਆਹ ਹੈ ਅਤੇ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਕਿਹੜੀ ਗੱਲ ਕਿਸ ਸਮੇਂ 'ਤੇ ਕਰਨੀ ਹੈ। ਮੇਰੇ ਸਾਹਮਣੇ ਜ਼ਿਆਦਾ ਨਹੀਂ ਬੋਲਣਾ। ਤੈਨੂੰ ਪਤਾ ਨਹੀਂ ਕਿ ਮੈਂ ਕਿੰਨੇ ਗੁੱਸੇ ਵਾਲਾ ਬੰਦਾ ਹਾਂ ਅਤੇ ਜਦੋਂ ਮੈਨੂੰ ਗੁੱਸਾ ਆਉਂਦਾ ਹੈ ਤਾਂ ਮੈਂ ਇਹ ਨਹੀਂ ਦੇਖਦਾ ਕਿ ਮੇਰੇ ਸਾਹਮਣੇ ਕੌਣ ਖੜਾ ਹੈ। ਤੇਰੇ ਵਿੱਚ ਇੰਨੀ ਹਿੰਮਤ ਹੈ ਕਿ ਤੂੰ ਮੈਨੂੰ ਇਹ ਗੱਲ ਦੱਸ ਰਿਹਾ ਹਾਂ। ਕੱਲ੍ਹ ਆ, ਮੈਂ ਤੈਨੂੰ ਠੀਕ ਕਰਦਾ। ਮੈਂ ਨੌਕਰੀ ਤੋਂ ਹਟਾ ਦੇਵਾਂਗਾ, ਕਿਉਂਕਿ ਮੇਰੇ ਕੋਲ ਗਲਤੀ ਲਈ ਕੋਈ ਮਾਫ਼ੀ ਨਹੀਂ ਹੈ ਅਤੇ ਤੂੰ ਗਲਤੀ ਕੀਤੀ ਹੈ ਅਤੇ ਤੇਰੀ ਸਜ਼ਾ ਸਿਰਫ ਇਹ ਹੈ ਕਿ ਤੈਨੂੰ ਨੌਕਰੀ ਛੱਡਣੀ ਪਵੇਗੀ। ਜਿਹੜੀਆਂ ਗੱਲਾਂ ਮੈਂ ਆਪਣੀ ਘਰਵਾਲੀ ਨੂੰ ਦੱਸਣੀਆਂ ਚਾਹੁੰਦਾ ਸੀ, ਮੈਂ ਅਸਲ ਵਿੱਚ ਉਹ ਸਾਰੀਆਂ ਗੱਲਾਂ ਕਿਸੇ ਹੋਰ ਨੂੰ ਫ਼ੋਨ 'ਤੇ ਸੁਣਾ ਕੇ ਆਪਣੀ ਘਰਵਾਲੀ ਦੇ ਕੰਨਾਂ ਵਿੱਚ ਪਾ ਦਿੱਤੀਆਂ। ਮੈਂ ਉਸ ਨੂੰ ਮੁੰਦਰੀ ਦਿੱਤੀ। ਉਸ ਨੇ ਮੇਰੇ ਹੱਥੋਂ ਲੈ ਕੇ ਆਪਣੇ ਸਾਹਮਣੇ ਮੇਜ਼ 'ਤੇ ਰੱਖ ਦਿੱਤੀ। ਮੈਨੂੰ ਉਸ ਬਾਰੇ ਬਹੁਤ ਬੁਰਾ ਲੱਗਿਆ
ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦਾ, ਉਸ ਨੇ ਕਿਹਾ ਕਿ ਮੈਨੂੰ ਮੁੰਦਰੀ ਪਸੰਦ ਨਹੀਂ ਹੈ। ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ, ਪਰ ਮੈਂ ਉਸ ਨੂੰ ਆਪਣੀ ਪਹਿਲੀ ਰਾਤ 'ਤੇ ਗੁੱਸਾ ਨਹੀਂ ਦਿਖਾਉਣਾ ਚਾਹੁੰਦਾ ਸੀ। ਜਦੋਂ ਮੈਂ ਉਸ ਦਾ ਹੱਥ ਆਪਣੇ ਹੱਥ ਵਿੱਚ ਲਿਆ ਤਾਂ ਕੁਝ ਅਜਿਹਾ ਹੋਇਆ ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਮੇਰੀ ਘਰਵਾਲੀ ਦੇ ਅਚਾਨਕ ਆਪਣਾ ਹੱਥ ਮੇਰੇ ਤੋਂ ਦੂਰ ਕਰ ਲਿਆ ਅਤੇ ਉਸ ਦੇ ਚਿਹਰੇ 'ਤੇ ਹਾਵ ਭਾਵ ਇਸ ਤਰ੍ਹਾਂ ਸਨ ਜਿਵੇਂ ਉਹ ਬਹੁਤ ਗਰਮੀ ਮਹਿਸੂਸ ਕਰ ਰਹੀ ਹੋਵੇ। ਉਸ ਦੇ ਹੱਥ ਪੈਰ ਡਰ ਨਾਲ ਕੰਬ ਰਹੇ ਸਨ। ਮੈਂ ਅਜੇ ਉਸ ਨੂੰ ਕੁਝ ਨਹੀਂ ਕਿਹਾ ਸੀ, ਇਸ ਲਈ ਉਹ ਡਰ ਕਾਰਨ ਬੇਹੋਸ਼ ਹੋ ਗਈ। ਉਸ ਨੂੰ ਬੇਹੋਸ਼ ਹੁੰਦਾ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਤੇ ਹੁਣ ਮੈਂ ਕੀ ਕਰਾਂ, ਕਿਉਂਕਿ ਜੇ ਮੈਂ ਬਾਹਰ ਜਾ ਕੇ ਸਭ ਨੂੰ ਦੱਸਾਂਗਾ ਕਿ ਵਿਆਹ ਦੀ ਪਹਿਲੀ ਰਾਤ ਹੀ ਕੁੜੀ ਬੇਹੋਸ਼ ਹੋ ਗਈ ਤਾਂ ਹਰ ਕੋਈ ਇਸ ਦਾ ਗਲਤ ਮਤਲਬ ਕੱਢੇਗਾ ਅਤੇ ਫਿਰ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਇੰਨੀ ਬਦਨਾਮੀ ਹੋਵੇ, ਮੈਂ ਕਿਸੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੇ ਯੋਗ ਨਹੀਂ ਰਹਾਂਗਾ। ਮੈਂ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ, ਉਸ ਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ, ਫਿਰ ਵੀ ਉਸ ਨੂੰ ਹੋਸ਼ ਨਹੀਂ ਆਇਆ। ਇਸ ਲਈ ਮੈਂ ਬੜੀ ਮੁਸ਼ਕਲ ਨਾਲ ਕਮਰੇ ਅੰਦਰ ਬੈਠ ਕੇ ਸੋਚਣ ਲੱਗਾ। ਮੇਰੇ ਮਾਤਾ ਪਿਤਾ ਪਹਿਲਾਂ ਹੀ ਇੱਕ ਵੱਡੀ ਕੁੜੀ ਨੂੰ ਲਿਆਉਣਾ ਚਾਹੁੰਦੇ ਸਨ ਤਾਂ ਜੋ ਉਹ ਘਰ ਦੇ ਸਾਰੇ ਕੰਮ ਸੰਭਾਲ ਸਕੇ। ਮੇਰੀ ਮਾਂ ਕਹਿੰਦੀ ਸੀ ਕਿ 17-18 ਸਾਲ ਦੀ ਕੁੜੀ ਕੀ ਕੰਮ ਕਰੇਗੀ। ਮੇਰੀ ਮਾਂ ਨੇ ਕਿਹਾ ਕੋਈ ਅਜਿਹੀ ਨੂੰਹ ਹੋਵੇ ਜੋ ਬਹੁਤ ਸੋਹਣੀ ਹੋਵੇ, ਬਹੁਤ ਵਧੀਆ ਵਿਵਹਾਰ ਕਰੇ ਅਤੇ ਘਰ ਦਾ ਸਾਰਾ ਕੰਮ ਵੀ ਕਰ ਸਕਦੀ ਹੋਵੇ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮਰਜ਼ੀ ਦੇ ਵਿਰੁੱਧ ਮੈਂ ਆਪਣੀ ਮਰਜ਼ੀ ਨਾਲ ਛੋਟੀ ਉਮਰ ਦੀ ਲੜਕੀ ਨਾਲ ਵਿਆਹ ਕਰਵਾ ਲਿਆ। ਜੇ ਮੈਂ ਕਿਹਾ ਕਿ ਉਹ ਬੇਹੋਸ਼ ਹੋ ਗਈ ਤਾਂ ਹਰ ਕੋਈ ਮੇਰਾ ਮਜ਼ਾਕ ਉਡਾਏਗਾ ਕਿ ਜੇ ਤੂੰ ਕਿਸੇ ਮੁਟਿਆਰ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਅਜਿਹਾ ਨਹੀਂ ਹੁੰਦਾ। ਜਦੋਂ ਪੂਰਾ ਘੰਟਾ ਬੀਤ ਗਿਆ ਤੇ ਉਸ ਨੂੰ ਹੋਸ਼ ਨਾ ਆਇਆ ਤਾਂ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਮੇਰਾ ਦੋਸਤ ਉੱਚੀ ਉੱਚੀ ਹੱਸਣ ਲੱਗ ਪਿਆ। ਉਸ ਦੇ ਹਾਸੇ ਨੇ ਮੈਨੂੰ ਹੋਰ ਗੁੱਸੇ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਇਸ ਵਿੱਚ ਮਜ਼ਾਕ ਉਡਾਉਣ ਵਾਲੀ ਕੋਈ ਗੱਲ ਨਹੀਂ ਹੈ, ਮੈਨੂੰ ਤੇਰੀ ਮਦਦ ਦੀ ਲੋੜ ਹੈ। ਮੈਂ ਪਰਿਵਾਰ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਦੱਸਣਾ ਚਾਹੁੰਦਾ, ਬਸ ਕਿਸੇ ਤਰ੍ਹਾਂ ਉਹ ਆਪਣੇ ਹੋਸ਼ ਵਿੱਚ ਆ ਜਾਵੇ। ਸਰਦੀਆਂ ਵਿੱਚ ਵੀ ਮੈਨੂੰ ਪਸੀਨਾ ਆ ਰਿਹਾ ਸੀ। ਮੇਰੇ ਦੋਸਤ ਦੀ ਘਰਵਾਲੀ ਡਾਕਟਰ ਸੀ, ਇਸੇ ਲਈ ਮੈਂ ਉਸ ਨੂੰ ਫੋਨ ਕੀਤਾ ਕਿ ਸ਼ਾਇਦ ਮੈਨੂੰ ਇੱਥੋਂ ਕੁਝ ਮਦਦ ਮਿਲ ਜਾਵੇ। ਮੇਰੇ ਦੋਸਤ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਮੈਂ ਆਪਣੀ ਘਰਵਾਲੀ ਨੂੰ ਤੁਹਾਡੇ ਘਰ ਲਿਆ ਰਿਹਾ ਹਾਂ। ਮੈਂ ਆਪਣੇ ਘਰਵਾਲੀ ਨੂੰ ਤੁਹਾਡੇ ਘਰ ਲਿਆ ਰਿਹਾ ਹਾਂ। ਉਸ ਦੀ ਇਹ ਗੱਲ ਸੁਣ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ, ਕਿਉਂਕਿ ਵਿਆਹ ਹੋ ਗਿਆ ਸੀ। ਮਹਿਮਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਪਰਿਵਾਰ ਵਾਲੇ ਸੌਣ ਦੀ ਤਿਆਰੀ ਕਰ ਰਹੇ ਸਨ। ਇਸ ਸਮੇਂ ਡਾਕਟਰ ਦੀ ਘਰਵਾਲੀ ਘਰ ਆਵੇਗੀ ਤਾਂ ਸਭ ਕੀ ਸੋਚਣਗੇ। ਸਭ ਲੋਕ ਸਮਝ ਜਾਣਗੇ ਕਿ ਲਾੜੀ ਦੇ ਕਮਰੇ ਵਿੱਚ ਜ਼ਰੂਰ ਕੁਝ ਗੜਬੜ ਹੈ। ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ ਕਿ ਮੈਂ ਕਿਉਂ ਮਦਦ ਮੰਗ ਬੈਠਾ। ਇਉਂ ਜਾਪਦਾ ਸੀ ਜਿਵੇਂ ਇਹ ਗੱਲ ਮੇਰੇ ਗਲੇ ਪੈ ਗਈ ਹੋਵੇ ਅਤੇ ਫਾਇਦੇ ਦੀ ਬਜਾਏ ਨੁਕਸਾਨ ਹੋ ਗਿਆ ਹੋਵੇ। ਮੈਂ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਆਪਣੀ ਘਰਵਾਲੀ ਨੂੰ ਮੇਰੇ ਘਰ ਨਾ ਲਿਆਵੇ, ਮੇਰੀ ਬਦਨਾਮੀ ਹੋ ਜਾਵੇਗੀ, ਮੈਨੂੰ ਸਵਾਲ ਪੁੱਛੇ ਜਾਣਗੇ। ਉਸ ਨੇ ਕਿਹਾ ਠੀਕ ਹੈ, ਚਿੰਤਾ ਨਾ ਕਰੋ, ਮੈਂ ਤੁਹਾਨੂੰ ਆਪਣੀ ਘਰਵਾਲੀ ਨਾਲ ਫੋਨ 'ਤੇ ਗੱਲ ਕਰਵਾ ਦੇਵਾਂਗਾ। ਮੈਨੂੰ ਮੇਰੇ ਦੋਸਤ ਦੀ ਗੱਲ ਚੰਗੀ ਲੱਗੀ ਅਤੇ ਮੈਂ ਉਸ ਦੀ ਡਾਕਟਰ ਘਰਵਾਲੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਕਮਲਦੀਪ ਨੂੰ ਹੋਸ਼ ਵਿੱਚ ਲਿਆਉਣ ਬਾਰੇ ਪੁੱਛਣ ਲੱਗਾ। ਮੇਰੇ ਦੋਸਤ ਦੀ ਘਰਵਾਲੀ ਨੇ ਮੈਨੂੰ ਕਮਲਦੀਪ ਦੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਅਤੇ ਉਸ ਦੇ ਪੈਰਾਂ ਨੂੰ ਕੰਬਲ ਵਿੱਚ ਲੁਕਾਉਣ ਲਈ ਕਿਹਾ, ਕਿਉਂਕਿ ਸਰਦੀ ਬਹੁਤ ਹੈ। ਇਸ ਤਰ੍ਹਾਂ ਉਸ ਨੂੰ ਨਿੱਘ ਮਿਲੇਗੀ ਅਤੇ ਉਹ ਹੋਸ਼ ਵਿੱਚ ਆ ਜਾਵੇਗੀ। ਮੈਂ ਸਭ ਕੁਝ ਕੀਤਾ, ਫਿਰ ਵੀ ਉਹ ਹੋਸ਼ ਵਿੱਚ ਨਹੀਂ ਆਈ ਸੀ। ਮੇਰਾ ਦੋਸਤ ਪਿੱਠ ਪਿੱਛੇ ਬੁੜਬੁੜਾ ਰਿਹਾ ਸੀ ਅਤੇ ਉਸ ਦੀ ਘਰਵਾਲੀ ਮੈਨੂੰ ਰਸਤਾ ਦਿਖਾ ਰਹੀ ਸੀ। ਮੈਂ ਬਹੁਤ ਪਰੇਸ਼ਾਨ ਸੀ, ਇਸੇ ਲਈ ਮੈਂ ਅਚਾਨਕ ਕਿਹਾ ਕਿ ਕਮਲਦੀਪ ਨੂੰ ਹੋਸ਼ ਆ ਗਿਆ ਹੈ। ਦਰਅਸਲ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਸੀ, ਇਸੇ ਲਈ ਮੈਨੂੰ ਝੂਠ ਬੋਲਣਾ ਪਿਆ ਕਿ ਕਮਲਦੀਪ ਨੂੰ ਹੋਸ਼ ਆ ਗਿਆ ਹੈ। ਹਾਲਾਂਕਿ ਕਮਲਦੀਪ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਸੀ। ਉਹਨਾਂ ਦਾ ਧੰਨਵਾਦ ਕੀਤਾ ਅਤੇ ਫੋਨ ਕੱਟ ਦਿੱਤਾ। ਪਰੇਸ਼ਾਨ ਹੋ ਕੇ ਮੈਂ ਆਪਣਾ ਸਰ ਫੜ ਕੇ ਬੈਠ ਗਿਆ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਤਦ ਮੇਰੀ ਨਜ਼ਰ ਮੇਜ਼ 'ਤੇ ਰੱਖੀ ਦਵਾਈ ਦੀ ਸ਼ੀਸ਼ੀ 'ਤੇ ਪਈ ਅਤੇ ਇਸ ਦਵਾਈ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਇਹ ਦਵਾਈ ਨੀਂਦ ਦੀ ਸੀ। ਇਸ ਵਿੱਚੋਂ ਕੁਝ ਦਵਾਈ ਮੇਜ਼ 'ਤੇ ਪਈ ਸੀ ਅਤੇ ਜਿਸ ਗਲਾਸ ਵਿੱਚ ਕਮਲਦੀਪ ਨੇ ਪਾਣੀ ਪੀਤਾ ਸੀ ਉਸ 'ਚ ਵੀ ਕੁਝ ਦਵਾਈ ਲੱਗੀ ਹੋਈ ਸੀ। ਇਸ ਦਾ ਮਤਲਬ ਹੈ ਕਿ ਮੇਰੀ ਘਰਵਾਲੀ ਕਮਲਦੀਪ ਨੇ ਜਾਣਬੁੱਝ ਕੇ ਬੇਹੋਸ਼ੀ ਵਾਲੀ ਦਵਾਈ ਲਈ ਸੀ ਅਤੇ ਇਹ ਸਾਫ਼ ਦਿਖ ਰਿਹਾ ਸੀ ਉਸ ਦਵਾਈ ਦਾ ਅਸਰ ਹੋਣ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ ਹੋਵੇਗਾ। ਜਦੋਂ ਤੱਕ ਉਹ ਮੇਰੇ ਨਾਲ ਗੱਲਾਂ ਕਰ ਰਹੀ ਸੀ, ਇੰਨੇ ਸਮੇਂ ਵਿੱਚ ਦਵਾਈ ਦਾ ਅਸਰ ਹੋ ਗਿਆ ਅਤੇ ਬੇਹੋਸ਼ ਹੋ ਗਈ।
ਜਦੋਂ ਉਸ ਨੇ ਇਹ ਦਵਾਈ ਖਾ ਲਈ ਸੀ ਤਾਂ ਕੋਈ ਵੀ ਉਸ ਨੂੰ ਹੋਸ਼ ਵਿੱਚ ਨਹੀਂ ਲਿਆ ਸਕਦਾ ਸੀ। ਮੈਂ ਹੈਰਾਨੀ ਨਾਲ ਆਪਣੀ ਘਰਵਾਲੀ ਵੱਲ ਦੇਖਿਆ। ਮੈਨੂੰ ਉਹ ਬਹੁਤ ਮਾਸੂਮ ਕੁੜੀ ਲੱਗ ਰਹੀ ਸੀ, ਪਰ ਬਿਲਕੁਲ ਵੀ ਅਜਿਹਾ ਨਹੀਂ ਸੀ। ਮੈਂ ਸਾਰੀ ਰਾਤ ਸੋ ਨਹੀਂ ਸਕਿਆ। ਮੇਰਾ ਮਨ ਇਹ ਸੋਚਣ ਲੱਗਾ ਕਿ ਆਖਰ ਇਹ ਸਭ ਕੀ ਹੋ ਰਿਹਾ ਹੈ। ਮੇਰੀ ਘਰਵਾਲੀ ਨੇ ਆਪਣੀ ਪਹਿਲੀ ਰਾਤ ਹੀ ਆਪਣੇ ਆਪ ਨੂੰ ਬੇਹੋਸ਼ ਕਿਉਂ ਕੀਤਾ? ਕਿ ਉਹ ਮੇਰੇ ਨਾਲ ਸਮਾਂ ਨਹੀਂ ਬਿਤਾਉਣਾ ਚਾਹੁੰਦੀ ਸੀ? ਕਿ ਉਹ ਮੈਨੂੰ ਪਸੰਦ ਨਹੀਂ ਕਰਦੀ? ਮੈਂ ਸਾਰੀ ਰਾਤ ਸੋਚਦਾ ਰਿਹਾ। ਸਵੇਰੇ 4 ਵਜੇ ਦੇ ਕਰੀਬ ਦਰਵਾਜ਼ਾ ਖੜਕਿਆ। ਮੈਂ ਹੁਣੇ 15-20 ਮਿੰਟ ਪਹਿਲਾਂ ਹੀ ਸੌਂ ਗਿਆ ਸੀ। ਬੈਠੇ ਬੈਠੇ ਹੀ ਮੇਰੀ ਅੱਖ ਲੱਗ ਗਈ ਸੀ। ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਮੇਰੀ ਮਾਂ ਉੱਥੇ ਖੜੀ ਸੀ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ। ਇਸ ਸਮੇਂ ਸਾਡੇ ਘਰ ਕੋਈ ਨਹੀਂ ਸੀ ਜਾਗਦਾ। ਇੰਨੀ ਸਵੇਰ ਮਾਂ ਵੀ ਨਹੀਂ ਸੀ ਜਾਗਦੀ ਅਤੇ ਅੱਜ ਵਿਆਹ ਦੀਆਂ ਕੋਈ ਰਸਮਾਂ ਵੀ ਨਹੀਂ ਕਰਨੀਆਂ ਸਨ। ਮੈਂ ਘਰ ਵਿੱਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹੁਣ ਸਾਰੀਆਂ ਰਸਮਾਂ ਇੱਕ ਦਿਨ ਬਾਅਦ ਹੀ ਪੂਰੀਆਂ ਕਰਾਂਗੇ, ਕਿਉਂਕਿ ਵਿਆਹ ਦੇ ਕੰਮ ਦੇ ਚੱਕਰ ਵਿੱਚ ਥਕਾਨ ਬਹੁਤ ਹੋ ਗਈ ਸੀ। ਮੰਮੀ ਨੇ ਕਿਹਾ, ਤੂੰ ਅਜੇ ਵੀ ਇਸ ਕਮਰੇ ਵਿੱਚ ਕੀ ਕਰ ਰਿਹਾ ਹਾਂ? ਚਲੋ ਬਾਹਰ ਚਲੀਏ। ਮੈਂ ਹੈਰਾਨੀ ਨਾਲ ਮੰਮੀ ਵੱਲ ਦੇਖਣ ਲੱਗਿਆ। ਮੰਮੀ, ਮੇਰਾ ਹੁਣੇ ਹੀ ਵਿਆਹ ਹੋਇਆ ਹੈ। ਜੇ ਇਸ ਕਮਰੇ ਵਿੱਚ ਨਹੀਂ ਹੋਵਾਂਗਾ ਤਾਂ ਕਿੱਥੇ ਹੋਵਾਂਗਾ? ਮੇਰੀ ਗੱਲ ਸੁਣ ਕੇ ਮਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀ ਰਵਾਇਤ ਹੈ ਕਿ ਵਿਆਹ ਦੀ ਪਹਿਲੀ ਰਾਤ ਲਾੜਾ ਲਾੜੀ ਜ਼ਿਆਦਾ ਦੇਰ ਤੱਕ ਕਮਰੇ ਵਿੱਚ ਨਹੀਂ ਰੁਕਦੇ। ਸਵੇਰਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਕਮਰਾ ਛੱਡਣਾ ਪੈਂਦਾ ਹੈ, ਨਹੀਂ ਤਾਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਿਆ। ਕੀ ਤੁਸੀਂ ਮੰਮੀ ਅੱਜ ਦੇ ਸਮੇਂ ਵਿੱਚ ਵੀ ਸ਼ੁਭ ਅਸ਼ੁਭ ਦੇ ਚੱਕਰ ਵਿੱਚ ਹੋ? ਮੇਰੀ ਗੱਲ ਸੁਣ ਕੇ ਮਾਂ ਨੇ ਮੈਨੂੰ ਝਿੜਕਿਆ। ਮਜਬੂਰ ਹੋ ਕੇ ਮੈਂ ਕਿਹਾ, ਠੀਕ ਹੈ ਮੰਮੀ, ਚੱਲਦੇ ਹਾਂ। ਮੰਮੀ ਨੇ ਕਿਹਾ, ਨਹੀਂ ਤੁਸੀਂ ਜਾਓ, ਮੈਨੂੰ ਤੇਰੀ ਘਰਵਾਲੀ ਨਾਲ ਕੁਝ ਕੰਮ ਹੈ। ਮੈਂ ਕਿਹਾ, ਤੁਹਾਨੂੰ ਮੇਰੀ ਘਰਵਾਲੀ ਨਾਲ ਕੀ ਕੰਮ ਹੈ? ਜੋ ਵੀ ਕੰਮ ਬਾਅਦ ਵਿੱਚ ਗੱਲ ਕਰ ਲਓ। ਉਹ ਤਾਂ ਅਜੇ ਸੁੱਤੀ ਪਈ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਮਾਂ ਨੂੰ ਪਤਾ ਲੱਗੇ ਕਿ ਮੇਰੀ ਘਰਵਾਲੀ ਬੇਹੋਸ਼ ਹੋ ਗਈ ਹੈ, ਕਿਉਂਕਿ ਉਹ ਸੋਚੇਗੀ ਕਿ ਉਹ ਮੇਰੇ ਕਾਰਨ ਬੇਹੋਸ਼ ਹੋ ਗਈ ਹੈ। ਮੇਰੀ ਮਾਂ ਨੇ ਕਿਹਾ ਕਿ ਤੂੰ ਤਾਂ ਪਾਗਲ ਹੈ। ਕੁਝ ਹੋਰ ਜ਼ਰੂਰੀ ਗੱਲਾਂ ਹਨ ਜੋ ਮੈਂ ਲਾੜੀ ਤੋਂ ਪੁੱਛਣੀਆਂ ਹਨ ਅਤੇ ਮੈਂ ਲਾੜੀ ਤੋਂ ਉਹੀ ਜ਼ਰੂਰੀ ਗੱਲਾਂ ਪੁੱਛਣ ਜਾ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ। ਪਹਿਲਾਂ ਤਾਂ ਤੁਸੀਂ ਇੰਨੀ ਛੋਟੀ ਕੁੜੀ ਨਾਲ ਵਿਆਹ ਕਰ ਲਿਆ। ਜੇ ਇੱਕ ਵੱਡੀ ਕੁੜੀ ਹੁੰਦੀ ਤਾਂ ਉਹ ਆਪ ਹੀ ਸਮਝਦਾਰ ਹੁੰਦੀ। ਹੁਣ ਛੋਟੀ ਉਮਰ ਦੀ ਕੁੜੀ ਲਿਆਂਦੀ ਹੈ ਤਾਂ ਉਸ ਦਾ ਧਿਆਨ ਰੱਖਣਾ ਪਵੇਗਾ। ਜਾ ਕੇ ਦੇਖਾਂ ਕਿ ਇਹ ਠੀਕ ਹੈ ਜਾਂ ਨਹੀਂ। ਮੈਂ ਇੰਨਾ ਬੱਚਾ ਨਹੀਂ ਸੀ ਕਿ ਮੈਂ ਆਪਣੀ ਮਾਂ ਦੀਆਂ ਗੱਲਾਂ ਨੂੰ ਸਮਝ ਨਾ ਸਕਾਂ। ਮੈਂ ਸਮਝ ਗਿਆ ਸੀ ਕਿ ਮੇਰੀ ਮਾਂ ਦਾ ਕੀ ਮਤਲਬ ਹੈ, ਪਰ ਜਦੋਂ ਉਹ ਪਹਿਲਾਂ ਹੀ ਬੇਹੋਸ਼ ਹੋ ਗਈ ਹੈ ਤਾਂ ਇਸ ਗੱਲ ਦਾ ਕੀ ਮਤਲਬ ਸੀ? ਮੈਂ ਆਪਣੀ ਮਾਂ ਨੂੰ ਆਪਣੇ ਨਾਲ ਲੈ ਜਾਣ ਲਈ ਕਈ ਬਹਾਨੇ ਲਾਏ। ਮੈਂ ਕੱਪੜੇ ਪਾਉਣੇ ਹਨ। ਮੈਨੂੰ ਨਹੀਂ ਪਤਾ ਕਿ ਮੇਰੇ ਕੱਪੜੇ ਕਿੱਥੇ ਪਏ ਹਨ। ਮੈਨੂੰ ਬਹੁਤ ਭੁੱਖ ਲੱਗੀ ਹੈ। ਮੈਨੂੰ ਨਾਸ਼ਤਾ ਬਣਾ ਕੇ ਦੇ ਦਿਓ। ਮੇਰਾ ਸਿਰ ਦਰਦ ਕਰ ਰਿਹਾ ਹੈ। ਮੈਨੂੰ ਕੌਫੀ ਦਾ ਕੱਪ ਬਣਾ ਕੇ ਦਿਓ। ਮੇਰੇ ਬਹਾਨੇ ਮੇਰੀ ਮਾਂ ਨੂੰ ਹੋਰ ਵੀ ਸ਼ੱਕ ਵਿੱਚ ਪਾ ਰਹੇ ਸੀ। ਮੇਰੀ ਮਾਂ ਮੈਨੂੰ ਇੱਕ ਪਾਸੇ ਧੱਕ ਕੇ ਅੰਦਰ ਚਲੀ ਗਈ। ਮੈਂ ਕਮਰੇ ਦੇ ਬਾਹਰ ਇਸ ਤਰ੍ਹਾਂ ਖੜਾ ਰਿਹਾ ਜਿਵੇਂ ਕੋਈ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਬਾਹਰ ਖੜਾ ਹੋਵੇ ਅਤੇ ਮੈਨੂੰ ਪਤਾ ਹੋਵੇ ਕਿ ਕੋਈ ਬੁਰੀ ਖਬਰ ਆਉਣ ਵਾਲੀ ਹੈ। ਕੁਝ ਦੇਰ ਬਾਅਦ ਜਦੋਂ ਮੇਰੀ ਮਾਂ ਬਾਹਰ ਆਈ ਤਾਂ ਮਾਂ ਇਹ ਦੇਖ ਕੇ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਕਿ ਤੂੰ ਅਜੇ ਇੱਥੇ ਹੀ ਖੜਾ ਹੈ। ਫਿਰ ਅਚਾਨਕ ਮੇਰੇ ਮੋਢੇ ਨੂੰ ਥਪਥਪਾਉਂਦੇ ਹੋਏ ਕਿਹਾ ਕਿ ਤੁਹਾਡੀ ਘਰਵਾਲੀ ਬਿਲਕੁਲ ਠੀਕ ਹੈ। ਮੈਂ ਬੇਕਾਰ ਸ਼ੱਕ ਕਰ ਰਹੀ ਸੀ। ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਮਾਂ ਨੇ ਕਿਵੇਂ ਜਾਂਚ ਕੀਤੀ ਕਿ ਮੇਰੀ ਘਰਵਾਲੀ ਠੀਕ ਹੈ ਜਾਂ ਨਹੀਂ। ਹਾਲਾਂਕਿ ਮੈਂ ਹੁਣ ਤੱਕ ਉਸ ਨੂੰ ਛੂਹਿਆ ਵੀ ਨਹੀਂ ਸੀ। ਕਮਰੇ ਦੇ ਅੰਦਰ ਗਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਮੈਂ ਵੀ ਹੈਰਾਨ ਰਹਿ ਗਿਆ। ਕਮਲਦੀਪ ਦੇ ਵਿਗੜੇ ਹੋਏ ਵਾਲ, ਉਸ ਦੇ ਬੁੱਲ੍ਹਾਂ ਤੇ ਸੁਰਖੀ ਦਾ ਰੰਗ ਫਿੱਕਾ ਪਿਆ ਹੋਇਆ ਸੀ। ਇਹ ਸਭ ਇੱਕ ਵੱਖਰੀ ਕਹਾਣੀ ਸੁਣਾ ਰਹੇ ਸੀ। ਕਮਲਦੀਪ ਦੀ ਇਹ ਹਾਲਤ ਦੇਖ ਕੇ ਹੀ ਸ਼ਾਇਦ ਮੇਰੀ ਮਾਂ ਨੂੰ ਤਸੱਲੀ ਹੋਈ ਸੀ, ਪਰ ਮੇਰੀ ਮਨ ਦੀ ਸ਼ਾਂਤੀ ਤਬਾਹ ਹੋ ਗਈ ਸੀ। ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੀ ਹੈ। ਮੇਰੀ ਘਰਵਾਲੀ ਵੀ ਥੋੜ੍ਹੀ ਥੋੜ੍ਹੀ ਹਿੱਲਣ ਲੱਗ ਪਈ ਸੀ। ਇਸ ਦਾ ਮਤਲਬ ਹੈ ਕਿ ਉਸਨੂੰ ਹੋਸ਼ ਆ ਗਿਆ ਸੀ, ਪਰ ਮੈਂ ਕਮਲਦੀਪ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦਾ ਸੀ। ਮੈਨੂੰ ਉਸ ਨਾਲ ਇੰਨਾ ਗੁੱਸਾ ਸੀ ਕਿ ਮੈਂ ਕਮਰੇ ਤੋਂ ਬਾਹਰ ਚਲਾ ਗਿਆ ਅਤੇ ਮੈਂ ਉਸ ਨਾਲ ਸਾਰਾ ਦਿਨ ਕੋਈ ਗੱਲ ਨਹੀਂ ਕੀਤੀ ਅਤੇ ਰਾਤ ਨੂੰ ਆ ਕੇ ਵੀ ਮੈਂ ਆਪਣੇ ਕਮਰੇ ਵਿੱਚ ਆਰਾਮ ਨਾਲ ਸੋ ਗਿਆ। ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਰਾਤ ਨੂੰ ਸਾਡੇ ਵਿਚਕਾਰ ਕੀ ਹੋਇਆ। ਘਰ ਵਿੱਚ ਹਰ ਕੋਈ ਇੱਕੋ ਗੱਲ ਕਰ ਰਿਹਾ ਸੀ ਕਿ ਚਲੋ ਦੋਵੇਂ ਖੁਸ਼ ਰਹਿਣ, ਕੁੜੀ ਬਹੁਤ ਚੰਗੀ ਹੈ। ਸਾਡਾ ਫੈਸਲਾ ਗਲਤ ਸਾਬਤ ਨਹੀਂ ਹੋਇਆ।
ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ। ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਆਇਆ ਤਾਂ ਮੇਰੀ ਘਰਵਾਲੀ ਕਹਿਣ ਲੱਗੀ ਕਿ ਮੈਂ ਖਾਣਾ ਪਾ ਕੇ ਲੈ ਕੇ ਆਉਣੀ ਆ, ਆਪਾਂ ਦੋਨੇ ਇਕੱਠੇ ਖਾਵਾਂਗੇ। ਮੈਂ ਕਿਹਾ, ਇਕੱਠੇ ਖਾਣਾ ਖਾਣ ਦੀ ਕੋਈ ਲੋੜ ਨਹੀਂ ਹੈ, ਖਾਣਾ ਬਾਹਰ ਰੱਖੋ, ਮੈਂ ਬਾਹਰ ਆ ਕੇ ਖਾਵਾਂਗਾ। ਕਮਲਦੀਪ ਨਾ ਕਹਿਣ ਲੱਗੀ। ਮੰਮੀ ਕਹਿ ਰਹੀ ਸੀ ਕਿ ਇਕੱਠੇ ਹੀ ਖਾਣਾ ਖਾਣਾ ਨਾਲ ਪਿਆਰ ਵੱਧਦਾ ਹੈ। ਮੈਂ ਆਪਣੀ ਘਰਵਾਲੀ ਵੱਲ ਤੱਕਿਆ। ਮੇਰੇ ਸਾਹਮਣੇ ਪਿਆਰ ਦੀ ਗੱਲ ਨਾ ਕਰ, ਤੂੰ ਮੈਨੂੰ ਧੋਖਾ ਦਿੱਤਾ ਹੈ। ਮੈਂ ਤੈਨੂੰ ਬਹੁਤ ਮਾਸੂਮ ਸਮਝਿਆ, ਪਰ ਇਸ ਮਾਸੂਮ ਚਿਹਰੇ ਦੇ ਪਿੱਛੇ ਇੰਨਾ ਵੱਡਾ ਰਾਜ਼ ਛੁਪਿਆ ਹੋਇਆ ਹੈ, ਮੈਨੂੰ ਨਹੀਂ ਪਤਾ ਸੀ। ਸਮਝ ਨਹੀਂ ਆ ਰਿਹਾ ਸੀ ਮੈਂ ਤੁਹਾਡੇ ਨਾਲ ਕੀ ਕਰਾਂ। ਮੈਂ ਘਰ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦਾ। ਇਹ ਮੇਰੇ ਇੱਜ਼ਤ ਦਾ ਵੀ ਸਵਾਲ ਹੈ। ਮੈਂ ਤਾਂ ਮਜਬੂਰੀ ਬਸ ਤੈਨੂੰ ਆਪਣੇ ਕੋਲ ਰੱਖਿਆ ਹੈ, ਪਰ ਤੂੰ ਮੇਰੇ ਦਿਲ ਵਿੱਚ ਕਦੇ ਥਾਂ ਨਹੀਂ ਲੈ ਸਕਦੀ। ਪਤਾ ਨਹੀਂ ਮੈਂ ਕੀ ਸੁਪਨੇ ਮੇਰੀ ਘਰਵਾਲੀ ਨੇ ਸਜਾਏ ਸਨ, ਪਰ ਤੁਸੀਂ ਮੇਰੇ ਸਾਰੇ ਸੁਪਨੇ ਚੂਰ-ਚੂਰ ਕਰ ਦਿੱਤੇ। ਦੱਸੋ ਤੁਸੀਂ ਇਹ ਸਭ ਕਿਉਂ ਕੀਤਾ? ਜਦੋਂ ਸਾਡੇ ਦੋਹਾਂ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ ਸੀ, ਫਿਰ ਵੀ ਤੂੰ ਮੇਰੀ ਮਾਂ ਦੇ ਸਾਹਮਣੇ ਇਸ ਤਰ੍ਹਾਂ ਜ਼ਹਿਰ ਕਿਉਂ ਕੀਤਾ, ਜਿਵੇਂ ਸਭ ਕੁਝ ਸਾਡੇ ਵਿਚਕਾਰ ਹੋਇਆ ਹੋਵੇ। ਇਸ ਤਰ੍ਹਾਂ ਕਰਕੇ ਮੈਂ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਇੱਕ ਚੰਗੀ ਨੂੰਹ ਸਾਬਤ ਹੋਈ, ਅਤੇ ਜੇਕਰ ਮੈਂ ਆਪਣੀ ਸੱਸ ਦੇ ਸਾਹਮਣੇ ਸੱਚਾਈ ਦੱਸਦੀ ਤਾਂ ਇਸ ਦੇ ਉਲਟ ਮੇਰੀ ਬਦਨਾਮੀ ਹੋ ਜਾਂਦੀ, ਕਿਉਂਕਿ ਤੁਹਾਡੇ ਨਾਲ ਵਿਆਹ ਕਰਨਾ ਮੇਰਾ ਫੈਸਲਾ ਸੀ, ਮੇਰੇ ਪਰਿਵਾਰਕ ਮੈਂਬਰਾਂ ਦਾ ਨਹੀਂ। ਤੁਸੀਂ ਵਿਆਹ ਦੀ ਪਹਿਲੀ ਰਾਤ ਮੇਰੇ ਨਾਲ ਇਹ ਸਭ ਕਿਉਂ ਕੀਤਾ? ਤੁਸੀਂ ਰਾਤ ਨੂੰ ਬੇਹੋਸ਼ੀ ਦੀ ਦਵਾਈ ਕਿਉਂ ਲਈ? ਕੀ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ, ਇਸ ਲਈ ਤੁਸੀਂ ਦਵਾਈ ਲਈ ਤਾਂ ਜੋ ਤੁਹਾਨੂੰ ਮੇਰਾ ਚਿਹਰਾ ਨਾ ਦੇਖਣਾ ਪਵੇ? ਦੱਸੋ ਤੁਸੀਂ ਅਜਿਹਾ ਕਿਉਂ ਕੀਤਾ? ਤੈਨੂੰ ਨਹੀਂ ਪਤਾ ਕਿ ਮੈਂ ਆਪਣੀ ਪਤਨੀ ਬਾਰੇ ਕੀ ਸੁਪਨੇ ਲਏ ਸਨ, ਪਰ ਤੁਸੀਂ ਮੇਰੇ ਸਾਰੇ ਸੁਪਨੇ ਚੂਰ-ਚਾਰ ਕਰ ਦਿੱਤੇ ਹਨ। ਦੱਸੋ ਤੁਸੀਂ ਮੈਨੂੰ ਧੋਖਾ ਕਿਉਂ ਦਿੱਤਾ? ਕੌਣ ਹੈ ਤੇਰੇ ਦਿਲ ਵਿੱਚ ਜਿਸ ਨੂੰ ਤੂੰ ਆਪਣੇ ਦਿਲ ਵਿੱਚੋਂ ਹਾਲੇ ਤੱਕ ਕੱਢ ਨਹੀਂ ਸਕੀ? ਮੇਰੀ ਗੱਲ ਸੁਣ ਕੇ ਕਮਲਦੀਪ ਉੱਚੀ-ਉੱਚੀ ਰੋਣ ਲੱਗੀ। ਉਸ ਨੇ ਕਿਹਾ, ਅਜੇ ਕੋਈ ਗੱਲ ਨਹੀਂ ਹੈ, ਤੁਸੀਂ ਇੱਕ ਵਾਰ ਮੇਰੀ ਗੱਲਾਂ ਦਾ ਸੁਣ ਲਓ। ਚੰਗਾ, ਦੱਸੋ ਕੀ ਗੱਲ ਹੈ? ਮੇਰੀ ਗੱਲ ਸੁਣ ਕੇ ਉਹ ਕੁਝ ਚਿਰ ਚੁੱਪ ਰਹੀ, ਫਿਰ ਰੋਂਦੇ ਹੋਏ ਉਸਨੇ ਕਿਹਾ, ਮੈਂ ਨਹੀਂ ਦੱਸ ਸਕਦੀ, ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ। ਮੈਂ ਕਮਲਦੀਪ ਦਾ ਚਿਹਰਾ ਦੇਖਣ ਲੱਗਾ। ਮੈਂ ਆਪਣਾ ਸਿਰ ਤੇ ਹੱਥ ਮਾਰਿਆ। ਅਜੀਬ ਕੁੜੀ, ਤੂੰ ਖੁਦ ਹੀ ਕਹਿੰਦੀ ਹੈ ਕਿ ਘੱਟੋ ਘੱਟ ਮੇਰੀ ਗੱਲ ਤਾਂ ਸੁਣੋ, ਤੇ ਉਹ ਖੁਦ ਕਹਿੰਦੀ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ। ਮੈਂ ਪਛਤਾ ਰਿਹਾ ਸੀ ਕਿ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਿਉਂ ਕਰਵਾਇਆ। ਮੈਂ ਗੁੱਸੇ ਨਾਲ ਕਮਲਦੀਪ ਨੂੰ ਰੋਂਦੀ ਹੋਈ ਛੱਡ ਆਪਣੇ ਕਮਰੇ ਤੋਂ ਬਾਹਰ ਆ ਗਿਆ। ਕੁਝ ਰਿਸ਼ਤੇਦਾਰ ਅਜੇ ਵੀ ਸਾਡੇ ਘਰ ਠਹਿਰੇ ਹੋਏ ਸਨ। ਕਮਲਦੀਪ ਮੇਰੇ ਨਾਲ ਸਭ ਦੇ ਸਾਹਮਣੇ ਇਸ ਤਰ੍ਹਾਂ ਵਰਤਾਓ ਕਰਦੀ ਸੀ ਜਿਵੇਂ ਅਸੀਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਹੋਈਏ। ਸਾਨੂੰ ਦੋਵਾਂ ਨੂੰ ਇੱਕ ਦੂਜੇ ਦੇ ਇੰਨੇ ਨੇੜੇ ਦੇਖ ਕੇ ਸਾਰੇ ਰਿਸ਼ਤੇਦਾਰ ਆਪਸ ਵਿੱਚ ਗੱਲਾਂ ਕਰਦੇ ਸਨ। ਤੇਰੇ ਪੁੱਤ ਤੇ ਨੂੰਹ ਵਿੱਚ ਬਹੁਤ ਪਿਆਰ ਹੈ। ਪਰਮਾਤਮਾ ਦੋਹਾਂ ਦੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਮਾਂ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਹਾਂ ਭਾਈ, ਇਹ ਕਿਸ ਦਾ ਪੁੱਤਰ ਹੈ? ਮੈਂ ਉਸ ਨੂੰ ਅਜੇ ਸੰਸਕਾਰ ਦਿੱਤੇ ਹਨ ਕਿ ਆਪਣੀ ਪਤਨੀ ਨਾਲ ਪਿਆਰ ਨਾਲ ਰਹੇ। ਮੈਂ ਦੂਜੀਆਂ ਦੀਆਂ ਸੱਸਾਂ ਵਰਗੀ ਨਹੀਂ ਹਾਂ ਜੋ ਆਪਣੇ ਪੁੱਤਰ ਅਤੇ ਨੂੰਹ ਵਿੱਚ ਲੜਾਈ ਕਰਵਾਉਂਦੀ ਰਹਾਂ। ਹਰ ਕੋਈ ਮੈਨੂੰ ਖੁਸ਼ਕਿਸਮਤ ਸਮਝ ਰਿਹਾ ਸੀ, ਹਾਲਾਂਕਿ ਹਕੀਕਤ ਇਸ ਦੇ ਬਿਲਕੁਲ ਉਲਟ ਸੀ। ਸਾਡੇ ਵਿਆਹ ਨੂੰ 5 ਦਿਨ ਹੋ ਗਏ ਸਨ ਅਤੇ ਮੈਂ ਕਮਲਦੀਪ ਨੂੰ ਛੂਹਿਆ ਵੀ ਨਹੀਂ ਸੀ। ਹੁਣ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ। ਮੈਨੂੰ ਸਮਝਦਾਰ ਕੁੜੀ ਨਾਲ ਹੀ ਵਿਆਹ ਕਰਨਾ ਚਾਹੀਦਾ ਸੀ। ਘੱਟੋ ਘੱਟ ਅੱਜ ਮੇਰੀ ਜ਼ਿੰਦਗੀ ਇਸ ਤਰ੍ਹਾਂ ਨਾ ਹੁੰਦੀ। ਜੇ ਉਸ ਨੂੰ ਕੋਈ ਸਮੱਸਿਆ ਹੁੰਦੀ ਤਾਂ ਘੱਟੋ ਘੱਟ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਜ਼ਰੂਰ ਕਰਦੀ। ਹੁਣ ਕਦੇ-ਕਦੇ ਮੈਂ ਸੋਚਣ ਲੱਗਾ ਕਿ ਮਾਂ ਨੂੰ ਸਭ ਕੁਝ ਦੱਸ ਦੇਵਾਂ, ਪਰ ਫਿਰ ਮੈਂ ਰੁਕ ਜਾਂਦਾ ਕਿ ਮਾਂ ਨੇ ਮੈਨੂੰ ਹੀ ਤਾਨੇ ਦੇਣੇ ਹਨ ਕਿ ਹੋਰ ਲੈ ਕੇ ਆਓ ਘੱਟ ਉਮਰ ਦੀ ਕੁੜੀ। ਫਿਰ ਮਾਂ ਸਾਰਿਆਂ ਦੇ ਸਾਹਮਣੇ ਸਿਰ ਉੱਚਾ ਕਰਕੇ ਚੱਲ ਰਹੀ ਸੀ ਤਾਂ ਉਹਨਾਂ ਦਾ ਵੀ ਸਿਰ ਝੁਕ ਜਾਣਾ ਸੀ। ਰਾਤ ਨੂੰ ਜਦੋਂ ਮੈਂ ਕਮਲਦੀਪ ਦੇ ਕਮਰੇ ਵਿੱਚ ਗਿਆ ਤਾਂ ਉਹ ਸ਼ੀਸ਼ੇ ਸਾਹਮਣੇ ਖੜੀ ਆਪਣੇ ਵਾਲ ਵਾਹ ਰਹੀ ਸੀ। ਕਮਲਦੀਪ ਨੂੰ ਦੇਖ ਕੇ ਮੇਰਾ ਦਿਲ ਕਾਬੂ ਤੋਂ ਬਾਹਰ ਹੋਣ ਲੱਗਿਆ, ਹੋਰ ਪਿੱਛੇ ਨਾ ਰਹਿ ਸਕਿਆ ਅਤੇ ਪਿੱਛੇ ਤੋਂ ਕਮਲਦੀਪ ਨੂੰ ਆਪਣੀਆਂ ਬਾਹਾਂ ਵਿੱਚ ਲਪੇਟ ਲਿਆ। ਮੇਰੇ ਇਸ ਤਰ੍ਹਾਂ ਕਰਨ ਨਾਲ ਕਮਲਦੀਪ ਡਰ ਗਈ, ਜਿਵੇਂ ਉਸ ਨੂੰ ਕਿਸੇ ਸ਼ੇਰ ਨੇ ਫੜ ਲਿਆ ਹੋਵੇ, ਅਤੇ ਉੱਚੀ-ਉੱਚੀ ਰੋਣ ਲੱਗ ਪਈ। ਅੱਜ ਮੈਂ ਉਸ ਨੂੰ ਦਿਲੋਂ ਪਿਆਰ ਕਰਨਾ ਚਾਹੁੰਦਾ ਸੀ, ਪਰ ਉਹ ਇਸ ਤਰ੍ਹਾਂ ਰੋ ਰਹੀ ਸੀ, ਪਤਾ ਨਹੀਂ ਉਸ 'ਤੇ ਕਿੰਨੇ ਜ਼ੁਲਮ ਹੋ ਰਿਹਾ ਹੋਵੇ। ਉਸ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਮੇਰਾ ਉਸ ਕੋਲ ਜਾਣ ਦਾ ਦਿਲ ਹੀ ਨਹੀਂ ਕੀਤਾ। ਜੇ ਉਹ ਬਹੁਤ ਸੁੰਦਰ ਸੀ ਤਾਂ ਮੈਂ ਵੀ ਕਿਸੇ ਤੋਂ ਘੱਟ ਨਹੀਂ ਸੀ। ਫਿਰ ਪਤਾ ਨਹੀਂ ਕਿਉਂ ਕਮਲਦੀਪ ਮੇਰੇ ਤੋਂ ਇੰਨੀ ਦੂਰ ਰਹਿੰਦੀ ਸੀ।
ਹੁਣ ਮੈਨੂੰ ਯਕੀਨ ਹੋ ਗਿਆ ਕਿ ਕਮਲਦੀਪ ਨੂੰ ਕਿਸੇ ਹੋਰ ਨਾਲ ਪਿਆਰ ਹੈ ਅਤੇ ਉਹ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਸ਼ਾਇਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਮੇਰੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਸੀ ਅਤੇ ਇਹ ਸੋਚ ਕੇ ਮੇਰਾ ਦਿਲ ਦੁਖਦਾ ਹੈ। ਮੈਂ ਕਮਲਦੀਪ ਨੂੰ ਪਿਆਰ ਕਰਨ ਲੱਗ ਪਿਆ ਸੀ। ਉਸ ਦੀ ਮਾਸੂਮੀਅਤ ਨਾਲ, ਉਸ ਦੀ ਸੁੰਦਰਤਾ ਨਾਲ ਮੇਰਾ ਦਿਲ ਉਸ ਦੇ ਪਿਆਰ ਨਾਲ ਭਰ ਗਿਆ ਸੀ। ਉਹ ਬਹੁਤ ਪਿਆਰੀ ਸੀ। ਉਹ ਇੰਨੀ ਨਾਜ਼ੁਕ ਸੀ ਕਿ ਜਦੋਂ ਉਹ ਰੋਂਦੀ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਉਸ ਨੂੰ ਆਪਣੇ ਸੀਨੇ ਲਾ ਲਵਾਂ ਅਤੇ ਉਸ ਨੂੰ ਕਹਾਂ ਕਿ ਆਪਣੇ ਦਿਲ ਦੇ ਸਾਰੇ ਡਰ ਦੂਰ ਕਰ ਦੇ। ਮੈਂ ਤੁਹਾਨੂੰ ਇੰਨਾ ਖੁਸ਼ ਰੱਖਾਂਗਾ ਕਿ ਤੁਸੀਂ ਖੁਸ਼ੀ ਨੂੰ ਸੰਭਾਲ ਨਹੀਂ ਸਕੋਗੇ। ਪਰ ਕਮਲਦੀਪ ਨੇ ਮੈਨੂੰ ਇਹ ਸਭ ਕਰਨ ਦਾ ਮੌਕਾ ਹੀ ਕਦੋਂ ਦਿੱਤਾ। ਫਿਰ ਮੈਂ ਆਪਣੀ ਇਸ ਸਮੱਸਿਆ ਨੂੰ ਕਿਸੇ ਹੋਰ ਦੀ ਸਮੱਸਿਆ ਦੱਸ ਕੇ ਉਸ ਆਦਮੀ ਦੇ ਸਾਹਮਣੇ ਰੱਖ ਦਿੱਤੀ। ਉਹ ਨਾ ਮੇਰਾ ਰਿਸ਼ਤੇਦਾਰ ਸੀ, ਨਾ ਮੇਰਾ ਦੋਸਤ। ਉਸ ਆਦਮੀ ਨੇ ਕਿਹਾ ਕਿ ਕੁਝ ਕੁੜੀਆਂ ਬਹੁਤ ਮਾਸੂਮ ਹੁੰਦੀਆਂ ਹਨ, ਉਹਨਾਂ ਨੂੰ ਪਿਆਰ ਦੀ ਲੋੜ ਹੈ। ਜੇਕਰ ਅਜਿਹੀਆਂ ਲੜਕੀਆਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ਤਾਂ ਉਹ ਹੌਲੀ-ਹੌਲੀ ਠੀਕ ਹੋ ਜਾਂਦੀਆਂ ਹਨ। ਪਰ ਕਮਲਦੀਪ 'ਤੇ ਪਿਆਰ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਸੀ। ਮੈਂ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। ਫਿਰ ਮੈਂ ਰਾਤ ਨੂੰ ਕਮਲਦੀਪ ਤੋਂ ਪੁੱਛਿਆ ਕਿ ਤੁਸੀਂ ਮੇਰੇ ਤੋਂ ਦੂਰ ਕਿਉਂ ਭੱਜ ਰਹੇ ਹੋ, ਜਿਵੇਂ ਮੈਂ ਤੁਹਾਨੂੰ ਖਾ ਜਾਵਾਂਗਾ। ਤੂੰ ਉਸ ਰਾਤ ਬੇਹੋਸ਼ ਕਿਉਂ ਹੋ ਗਈ? ਕਮਲਦੀਪ ਮੇਰੀ ਗੱਲ ਸੁਣ ਕੇ ਕੁਝ ਦੇਰ ਚੁੱਪ ਰਹੀ। ਫਿਰ ਉਸਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੇ ਨਾਲ ਨਫ਼ਰਤ ਕਰੋ। ਜੇ ਉਸ ਰਾਤ ਤੁਸੀਂ ਮੇਰੇ ਨੇੜੇ ਆਏ ਹੁੰਦੇ ਤਾਂ ਤੁਸੀਂ ਮੈਨੂੰ ਨਫ਼ਰਤ ਕਰਦੇ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੇ ਨਾਲ ਨਫ਼ਰਤ ਕਰੋ। ਕਮਲਦੀਪ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ। ਮੈਂ ਕਮਲਦੀਪ ਨੂੰ ਕਿਹਾ, ਤੁਹਾਡੇ ਨੇੜੇ ਆ ਕੇ ਮੈਂ ਤੁਹਾਨੂੰ ਨਫ਼ਰਤ ਕਿਵੇਂ ਕਰ ਸਕਦਾ ਹਾਂ? ਤੁਸੀਂ ਮੇਰੀ ਪਤਨੀ ਹੋ ਅਤੇ ਅਸੀਂ ਜਿੰਨਾ ਨੇੜੇ ਆਵਾਂਗੇ ਓਨਾ ਹੀ ਪਿਆਰ ਵਧੇਗਾ। ਉਸ ਨੇ ਕਿਹਾ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਸੀ। ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਹਿਲਾਂ ਹੀ ਦੱਸਣਾ ਚਾਹੀਦਾ ਸੀ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਜੇਕਰ ਤੁਸੀਂ ਸੋਚ ਰਹੇ ਹੋ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਮੁੰਡਾ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੈ। ਮੈਂ ਚਾਹ ਕੇ ਵੀ ਕਿਸੇ ਹੋਰ ਲੜਕੇ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਕਰ ਸਕਦੀ। ਇਸ ਲਈ ਆਪਣੇ ਮਨ ਵਿੱਚੋਂ ਇਹ ਗੱਲ ਕੱਢ ਦਿਓ ਕਿ ਮੇਰੇ ਦਿਲ ਵਿੱਚ ਕੋਈ ਹੋਰ ਮੁੰਡਾ ਹੈ। ਮੈਂ ਕਮਲਦੀਪ ਤੋਂ ਇਹ ਸੁਣ ਕੇ ਖੁਸ਼ ਹਾਂ ਕਿ ਆਖਰ ਕਮਲਦੀਪ ਦੇ ਦਿਲ ਵਿੱਚ ਕੋਈ ਹੋਰ ਲੜਕਾ ਨਹੀਂ ਹੈ। ਮੈਂ ਉਸਦੀ ਦੂਜੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ। ਉਹ ਬੋਲਦੀ ਰਹੀ ਕਿ ਮੈਨੂੰ ਵਿਆਹ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਮਾਫ਼ ਕਰ ਦੇਵੋ, ਮੇਰੇ ਕਾਰਨ ਤੁਹਾਡੀ ਜ਼ਿੰਦਗੀ ਬਰਬਾਦ ਹੋ ਗਈ। ਕਮਲਦੀਪ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ। ਕਮਲਦੀਪ, ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਸਾਫ਼-ਸਾਫ਼ ਕਹੋ, ਇੱਕ ਸਾਹ ਵਿੱਚ ਕਹੋ। ਫਿਰ ਜੋ ਵੀ ਸਮੱਸਿਆ ਹੈ ਮੈਂ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ। ਆਖਰਕਾਰ ਮੈਂ ਤੁਹਾਡਾ ਪਤੀ ਹਾਂ, ਇਸ ਲਈ ਤੁਸੀਂ ਮੈਨੂੰ ਆਪਣੀਆਂ ਸਮੱਸਿਆ ਦੱਸ ਸਕਦੇ ਹੋ, ਪਰ ਕਿਰਪਾ ਕਰਕੇ ਮੈਨੂੰ ਹੋਰ ਪਰੇਸ਼ਾਨ ਨਾ ਕਰੋ। ਮੈਂ ਬਹੁਤ ਪਰੇਸ਼ਾਨ ਹਾਂ ਅਤੇ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਮੈਂ ਤੁਹਾਨੂੰ ਪਿਆਰ ਕਰਨ ਲੱਗ ਪਿਆ ਹਾਂ। ਹੁਣ ਮੈਂ ਸਾਰੀ ਉਮਰ ਤੁਹਾਡੇ ਨਾਲ ਬਿਤਾਵਾਂਗਾ, ਇਸ ਲਈ ਤੁਸੀਂ ਮੇਰੇ 'ਤੇ ਭਰੋਸਾ ਕਰ ਸਕਦੇ ਹੋ ਅਤੇ ਤੁਸੀਂ ਮੈਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ। ਫਿਰ ਕਮਲਦੀਪ ਨੇ ਮੈਨੂੰ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਮਲਦੀਪ ਨੇ ਕਿਹਾ, ਮੈਨੂੰ ਅਜਿਹੀ ਬਿਮਾਰੀ ਹੈ ਜੋ ਜਨਮ ਤੋਂ ਹੀ ਕੁਝ ਲੜਕੀਆਂ ਵਿੱਚ ਪਾਈ ਜਾਂਦੀ ਹੈ। ਮੈਨੂੰ ਅੱਜ ਤੱਕ ਮਾਹਵਾਰੀ ਨਹੀਂ ਆਈ ਹੈ। ਮੇਰੀ ਮਾਂ ਮੈਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਕਿਹਾ ਕਿ ਤੁਹਾਡੀ ਧੀ ਕਦੇ ਮਾਂ ਨਹੀਂ ਬਣ ਸਕਦੀ ਅਤੇ ਡਾਕਟਰ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੀ ਧੀ ਦਾ ਵਿਆਹ ਨਾ ਕਰੋ, ਕਿਉਂਕਿ ਮਾਂ ਬਣਨ ਤੋਂ ਇਲਾਵਾ ਤੁਹਾਡੀ ਧੀ ਆਪਣੇ ਪਤੀ ਨੂੰ ਸਰੀਰਕ ਸੁੱਖ ਨਹੀਂ ਦੇ ਸਕੇਗੀ। ਮੈਂ ਸੋਚਦੀ ਸੀ ਕਿ ਸ਼ਾਇਦ ਮੰਮੀ ਨੇ ਡਾਕਟਰ ਦੀ ਸਲਾਹ ਮੰਨ ਲਈ ਹੋਵੇਗੀ, ਪਰ ਪਤਾ ਨਹੀਂ ਕਿਸ ਨੇ ਮੰਮੀ ਦੇ ਕੰਨ ਭਰ ਦਿੱਤੇ ਕਿ ਕਿਹੜੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਅਤੇ ਫਿਰ ਉਸਨੇ ਲਾਲਚ ਵਿੱਚ ਆ ਕੇ ਆਪਣੇ ਸਿਰ ਤੋਂ ਬੋਝ ਲਾ ਦਿੱਤਾ ਤੇ ਮੇਰਾ ਵਿਆਹ ਤੁਹਾਡੇ ਨਾਲ ਕਰਾ ਦਿੱਤਾ। ਪਰ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ, ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਆਪਣੀ ਮਾਂ ਨੂੰ ਤੁਹਾਡੇ ਨਾਲ ਵਿਆਹ ਨਾ ਕਰਨ ਲਈ ਬਹੁਤ ਬੇਨਤੀ ਕੀਤੀ, ਪਰ ਉਹ ਨਹੀਂ ਮੰਨੀ। ਇਸ ਕਰਕੇ ਮੈਂ ਉਸ ਰਾਤ ਬੇਹੋਸ਼ੀ ਦੀ ਦਵਾਈ ਲਈ ਸੀ, ਕਿਉਂਕਿ ਮੇਰੇ ਕੋਲ ਆਉਣ ਤੋਂ ਬਾਅਦ ਸਿਵਾਏ ਪਛਤਾਵੇ ਦੇ ਤੁਹਾਡੇ ਹੱਥ ਕੁਝ ਨਹੀਂ ਲੱਗਣਾ ਸੀ। ਇਹ ਕਹਿ ਕੇ ਕਮਲਦੀਪ ਰੋਣ ਲੱਗ ਪਈ। ਉਸਨੇ ਰੋਂਦੇ ਹੋਏ ਕਿਹਾ, ਮੈਨੂੰ ਪਤਾ ਮੈਂ ਤੈਨੂੰ ਕੋਈ ਖੁਸ਼ੀ ਨਹੀਂ ਦੇ ਸਕਦੀ, ਪਰ ਫਿਰ ਵੀ ਦਿਲ ਦੇ ਹੱਥੋਂ ਮਜਬੂਰ ਹੋ ਕੇ ਮੈਂ ਤੁਹਾਡੇ ਨਾਲ ਪਿਆਰ ਕਰ ਬੈਠੀ। ਮੈਂ ਤੁਹਾਡੀ ਜ਼ਿੰਦਗੀ ਤੋਂ ਦੂਰ ਜਾਣਾ ਚਾਹੁੰਦੀ ਸੀ, ਪਰ ਆਪਣੇ ਦਿਲ ਦੇ ਹੱਥੋਂ ਮਜਬੂਰ ਸੀ। ਮੈਂ ਸਾਰੀ ਉਮਰ ਤੁਹਾਡੀਆਂ ਬਾਹਾਂ ਵਿੱਚ ਬਿਤਾਉਣਾ ਚਾਹੁੰਦੀ ਹਾਂ, ਪਰ ਮੈਂ ਜਾਣਦੀ ਹਾਂ ਕਿ ਇਹ ਸੰਭਵ ਨਹੀਂ ਹੈ।
ਤੁਸੀਂ ਮੈਨੂੰ ਛੱਡ ਕੇ ਆਪਣੀ ਪਸੰਦ ਦੀ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਸਕਦੇ ਹੋ। ਤੁਸੀਂ ਬਹੁਤ ਚੰਗੇ ਇਨਸਾਨ ਹੋ। ਮੈਂ ਤੁਹਾਡਾ ਉਪਕਾਰ ਕਦੇ ਨਹੀਂ ਭੁੱਲਾਂਗੀ। ਕਮਲਦੀਪ ਦੇ ਬੋਲ ਮੇਰੇ ਸਿਰ 'ਤੇ ਇੱਕ ਤੋਂ ਬਾਅਦ ਇੱਕ ਬੰਬ ਸੁੱਟ ਰਹੇ ਸਨ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਇੰਨੀ ਮਿੱਠੀ ਇੰਨੀ ਸੋਹਣੀ ਕੁੜੀ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ। ਕਮਲਦੀਪ ਦੇ ਚਲੇ ਜਾਣ 'ਤੇ ਖਿਆਲਾਂ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਮੈਂ ਕਿਸੇ ਵੀ ਕੀਮਤ 'ਤੇ ਕਮਲਦੀਪ ਨੂੰ ਖੋਣਾ ਨਹੀਂ ਚਾਹੁੰਦਾ ਸੀ। ਮੈਨੂੰ ਕੁਝ ਹੀ ਦਿਨਾਂ ਵਿੱਚ ਕਮਲਦੀਪ ਨਾਲ ਪਿਆਰ ਹੋ ਗਿਆ। ਇਹ ਜਾਣ ਕੇ ਖੁਸ਼ੀ ਹੋਈ ਕਿ ਕਮਲਦੀਪ ਵੀ ਮੈਨੂੰ ਪਿਆਰ ਕਰਦੀ ਹੈ। ਅਗਲੇ ਹੀ ਦਿਨ ਮੈਂ ਕਮਲਦੀਪ ਨੂੰ ਇੱਕ ਚੰਗੇ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਕਿਹਾ, ਹਾਂ ਕੁਝ ਲੜਕੀਆਂ ਨੂੰ ਇਹ ਬਿਮਾਰੀ ਹੁੰਦੀ ਹੈ, ਪਰ ਇਸ ਤਰ੍ਹਾਂ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਅਜਿਹੀਆਂ ਲੜਕੀਆਂ ਕਦੇ ਵੀ ਮਾਂ ਨਹੀਂ ਬਣ ਸਕਦੀਆਂ ਜਾਂ ਉਹ ਸਰੀਰਕ ਸੰਬੰਧ ਬਣਾਉਣ ਦੇ ਯੋਗ ਨਹੀਂ ਹਨ। ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ, ਪਰ ਇਹ ਥੋੜ੍ਹਾ ਮਹਿੰਗਾ ਅਤੇ ਲੰਬਾ ਹੈ। ਤੁਹਾਡੀ ਪਤਨੀ ਨੂੰ ਲੰਬੇ ਸਮੇਂ ਤੱਕ ਦਵਾਈ ਲੈਣੀਆਂ ਪੈਣਗੀਆਂ। ਇਸ ਦੇ ਨਾਲ ਹੀ ਤੁਹਾਡੀ ਪਤਨੀ ਦਾ ਛੋਟਾ ਜਿਹਾ ਆਪਰੇਸ਼ਨ ਵੀ ਕਰਨਾ ਪਵੇਗਾ। ਉਸ ਤੋਂ ਬਾਅਦ ਤੁਹਾਡੀ ਪਤਨੀ ਬਿਲਕੁਲ ਠੀਕ ਹੋ ਜਾਵੇਗੀ। ਤੁਹਾਡੀ ਪਤਨੀ ਨੂੰ ਤੁਹਾਡੇ ਪਿਆਰ ਅਤੇ ਭਰੋਸੇ ਦੀ ਲੋੜ ਹੈ। ਭਾਵੇਂ ਅੱਜ ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਇਸ ਤਰ੍ਹਾਂ ਦੀ ਬਿਮਾਰੀ ਦੇ ਮਾਮਲੇ ਵਿੱਚ ਅਜੇ ਵੀ ਪਿਛੜਿਆ ਹੋਇਆ ਹੈ। ਅੱਜ ਵੀ ਇਸ ਕਿਸਮ ਦੀ ਬਿਮਾਰੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ ਅਤੇ ਲੜਕੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਲੜਕੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗਦੀ ਹੈ। ਸ਼ਾਇਦ ਇਸੇ ਲਈ ਤੁਹਾਡੀ ਪਤਨੀ ਬਹੁਤ ਡਰੀ ਹੋਈ ਸੀ ਅਤੇ ਤੁਹਾਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਸੀ। ਇਸ ਬਿਮਾਰੀ ਤੋਂ ਪੀੜਤ ਲੜਕੀਆਂ ਕਈ ਵਾਰ ਮਾਨਸਿਕ ਰੋਗੀ ਵੀ ਹੋ ਜਾਂਦੀਆਂ ਹਨ। ਇਸ ਲਈ ਤੁਸੀਂ ਆਪਣੀ ਪਤਨੀ ਦਾ ਬਹੁਤ ਧਿਆਨ ਰੱਖਿਓ। ਉਸ ਨੂੰ ਦੱਸਿਓ ਕਿ ਸਭ ਕੁਝ ਠੀਕ ਹੈ, ਤੁਸੀਂ ਜਲਦੀ ਠੀਕ ਹੋ ਜਾਵੋਗੇ ਅਤੇ ਉਹ ਦੁਨੀਆ ਦੀ ਇਕੱਲੀ ਕੁੜੀ ਨਹੀਂ ਹੈ ਜੋ ਇਸ ਬਿਮਾਰੀ ਤੋਂ ਪੀੜਤ ਹੈ। ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਇਸ ਬਿਮਾਰੀ ਤੋਂ ਪੀੜਤ ਹਨ। ਘਰ ਆ ਕੇ ਮੈਂ ਕਮਲਦੀਪ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਠੀਕ ਹੋ ਜਾਵੇਗੀ। ਅੱਜ ਮੈਂ ਬਹੁਤ ਹਲਕਾ ਮਹਿਸੂਸ ਕਰ ਰਿਹਾ ਸੀ। ਜੋ ਵੀ ਹੋਇਆ, ਮੈਂ ਆਪਣੀ ਪਤਨੀ ਕਮਲਦੀਪ ਦਾ ਬਹੁਤ ਧਿਆਨ ਰੱਖਿਆ। ਇਸ ਵਿੱਚ ਕਮਲਦੀਪ ਦਾ ਕੋਈ ਕਸੂਰ ਨਹੀਂ ਸੀ। ਮੈਂ ਕਮਲਦੀਪ ਨੂੰ ਕਿਹਾ ਕਿ ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਿਓ। ਮੈਂ ਤੁਹਾਡਾ ਪੂਰਾ ਇਲਾਜ ਕਰਵਾਵਾਂਗਾ। ਜੋ ਵੀ ਪੈਸਾ ਲੱਗੇਗਾ ਮੈਂ ਉਹ ਸਾਰਾ ਖਰਚ ਕਰਾਂਗਾ। ਹੁਣ ਅਸੀਂ ਕਿਸੇ ਨਾ ਕਿਸੇ ਬਹਾਨੇ ਡਾਕਟਰ ਕੋਲ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕਮਲਦੀਪ ਮੇਰੇ ਪਿਆਰ ਅਤੇ ਡਾਕਟਰ ਦੀਆਂ ਦਵਾਈਆਂ ਨਾਲ ਠੀਕ ਹੋ ਰਹੀ ਸੀ। ਡਾਕਟਰ ਨੇ ਛੋਟਾ ਜਿਹਾ ਆਪਰੇਸ਼ਨ ਵੀ ਕੀਤਾ। ਖਰਾਬ ਸਿਹਤ ਦਾ ਬਹਾਨਾ ਬਣਾ ਕੇ ਕਮਲਦੀਪ ਨੇ 2-3 ਦਿਨ ਆਰਾਮ ਕੀਤਾ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਈ। ਸਾਡੇ ਵਿਆਹ ਨੂੰ 8 ਮਹੀਨੇ ਬੀਤ ਚੁੱਕੇ ਹਨ। ਕਮਲਦੀਪ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਹੈ, ਪਰ ਮੈਂ ਕਮਲਦੀਪ ਨੂੰ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਹਾਂ। ਮੈਂ ਕਮਲਦੀਪ ਨੂੰ ਉਦੋਂ ਤੱਕ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਜਦੋਂ ਤੱਕ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੀ। ਮੈਂ ਕਮਲਦੀਪ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਫਿਰ ਉਹ ਰਾਤ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਰਾਤ ਬਣ ਗਈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।